ਮੇਰੇ ਭੈਣ ਭਰਾਓ, ਬੱਚਿਓ ਤੇ ਮਿੱਤਰੋ, ਮੈਂ ਅੱਜ ਤੁਹਾਨੂੰ ਪੰਜਾਬੀ ਜ਼ੁਬਾਨ ਦਾ ਵਸਤ ਦਾ ਇੱਕ ਬੜੀ ਸੋਹਣੀ ਸਟੋਰੀ ਸੁਣਾਉਣੀ ਆ। ਬੜੀ ਅੱਛੀ ਕਹਾਣੀ ਹੈ। ਪੰਜਾਬੀ ਦਾ ਵੱਟ। ਪੰਜਾਬੀ ਦੇ ਇੱਕ ਲਫ਼ਜ਼ ਵੱਟ ਨੇ ਅੰਗਰੇਜ਼ ਦੇ ਵੱਟ ਕੱਢ ਕੇ ਰੱਖ ਦਿੱਤੇ ਤੇ ਉਹ ਪਰੇਸ਼ਾਨ ਹੋ ਕੇ ਪੰਜਾਬੀ ਸਿੱਖਣ ਤੋਂ ਤੋਬਾ ਕਰ ਗਿਆ। ਇੱਕ ਅੰਗਰੇਜ਼ ਨੂੰ ਪੰਜਾਬੀ ਸਿੱਖਣ ਦਾ ਬੜਾ ਹੀ ਸ਼ੌਕ ਸੀ। ਕਿਸੇ ਨੇ ਉਹਨੂੰ ਦੱਸਿਆ ਕਿ ਚੱਕ ਨੰਬਰ 136 ਦੇ ਇੱਕ ਬੜੇ ਹੀ ਪੁਰਾਣੇ ਬਾਬਾ ਜੀ ਬਖਸ਼ੀ ਨੇ, ਉਹਨਾਂ ਦੀ ਪੰਜਾਬੀ ਬੜੀ ਚੰਗੀ ਹੈ ਤੇ ਬੜੇ ਅੱਛੇ ਤਰੀਕੇ ਨਾਲ ਪੰਜਾਬੀ ਸਿਖਾ ਦਿੰਦੇ ਨੇ ਤੇ ਉਹਨਾਂ ਕੋਲ ਚਲਾ ਜਾ। ਅੰਗਰੇਜ਼ ਬੱਸ 'ਤੇ ਚੜ੍ਹਿਆ ਤੇ ਚੱਕ ਨੰਬਰ 136 ਵੱਲ ਰਵਾਨਾ ਹੋ ਗਿਆ। ਬੱਸ ਨੇ ਉਹਨੂੰ ਜਿੱਥੇ ਉਤਾਰਿਆ ਉਥੋਂ ਚੱਕ 136 1 ਘੰਟੇ ਦੀ ਪੈਦਲ ਸਫ਼ਰ 'ਤੇ ਸੀ। ਅੰਗਰੇਜ਼ ਬੱਸ ਤੋਂ ਉਤਰ ਕੇ ਪੈਦਲ ਹੀ ਚੱਕ ਨੰਬਰ 136 ਵੱਲ ਚੱਲ ਪਿਆ। ਹਜੇ ਥੋੜ੍ਹਾ ਹੀ ਅੱਗੇ ਗਿਆ ਸੀ ਕਿ ਉਹਨੇ ਵੇਖਿਆ ਕਿ ਇੱਕ ਬੰਦਾ ਵਾਣ ਪਿਆ ਉਣਦਾ ਹੈ। ਅੰਗਰੇਜ਼ ਨੇ ਪੁੱਛਿਆ, "ਓ ਮੈਨ, ਤੁਸੀਂ ਇਹ ਕੀ ਕਰ ਰਹੇ ਹੋ?" ਉਹ ਬੰਦਾ ਬੋਲਿਆ, "ਗੋਰਾ ਸਾਹਿਬ, ਮੈਂ ਵਾਣ ਵੱਟ ਰਿਹਾ ਵਾਂ।" ਅੰਗਰੇਜ਼ ਉਹਨੂੰ ਉੱਥੇ ਹੀ ਛੱਡ ਕੇ ਅਗਾਂਹ ਵਧਿਆ ਤਾਂ ਉਹਨੂੰ ਇੱਕ ਦੁਕਾਨਦਾਰ ਨਜ਼ਰ ਆਇਆ ਜਿਹੜਾ ਬੜਾ ਹੀ ਉਦਾਸ ਬੈਠਾ ਹੋਇਆ ਸੀ। ਅੰਗਰੇਜ਼ ਨੇ ਪੁੱਛਿਆ, "ਓ ਮੈਨ, ਤੁਸੀਂ ਇੰਨੇ ਉਦਾਸ ਕਿਉਂ ਬੈਠੇ ਹੋ?" ਦੁਕਾਨਦਾਰ ਬੋਲਿਆ, "ਗੋਰੇ ਸਾਹਿਬ, ਸਵੇਰ ਦਾ ਕੁਝ ਵੀ ਨਹੀਂ ਵਟਿਆ।" ਅੰਗਰੇਜ਼ ਸੋਚ 'ਚ ਪੈ ਗਿਆ ਕਿ ਪੰਜਾਬੀ ਵਿੱਚ ਪੈਸੇ ਕਮਾਉਣ ਨੂੰ ਵੀ ਵਟਣਾ ਆਖਦੇ ਨੇ। ਕੁਝ ਹੋਰ ਅੱਗੇ ਗਿਆ ਤਾਂ ਇੱਕ ਬੰਦਾ ਪਰੇਸ਼ਾਨ ਹੋ ਕੇ ਅਸਮਾਨ ਵੱਲ ਤੱਕਦਾ ਪਿਆ ਸੀ। ਅੰਗਰੇਜ਼ ਨੇ ਪੁੱਛਿਆ, "ਓ ਮੈਨ, ਕੀ ਹੋਇਆ ਹੈ?" ਉਹ ਬੋਲਿਆ, "ਗੋਰੇ ਸਾਹਿਬ, ਹਵਾ ਬੰਦ ਏ, ਬੜੀ ਗਰਮੀ ਹੈ, ਬੜਾ ਵੱਟ ਲੱਗਿਆ ਹੋਇਆ ਹੈ।" ਅੰਗਰੇਜ਼ ਸੋਚਣ ਲੱਗ ਪਿਆ ਕਿ ਘੁੱਟਣ ਵਾਲੇ ਮੌਸਮ ਨੂੰ ਵੀ ਪੰਜਾਬੀ ਵਿੱਚ ਵੱਟ ਆਖਦੇ ਨੇ। ਕੁਛ ਦੂਰ ਅੱਗੇ ਗਿਆ ਤਾਂ ਇੱਕ ਬੰਦਾ ਲੋਟਾ ਫੜੀ ਖੇਤਾਂ ਵੱਲ ਦੌੜਿਆ ਜਾਂਦਾ ਨਜ਼ਰ ਆਇਆ। ਅੰਗਰੇਜ਼ ਨੇ ਆਖਿਆ, "ਓ ਮੈਨ, ਜ਼ਰਾ ਗੱਲ ਤੇ ਸੁਣ।" ਉਹ ਬੰਦਾ ਬੋਲਿਆ, "ਗੋਰੇ ਸਾਹਿਬ, ਵਾਪਸ ਆ ਕੇ ਸੁਣਨਾ ਵਾਂ, ਢਿੱਡ ਵਿੱਚ ਬੜੇ ਜ਼ੋਰ ਦਾ ਵੱਟ ਫਿਰ ਰਿਹਾ ਹੈ।" ਅੰਗਰੇਜ਼ ਦੇ ਮੱਥੇ 'ਤੇ ਪਸੀਨਾ ਆ ਗਿਆ। ਯਾਨੀ ਪੇਟ ਦੀ ਗੜਬੜ ਨੂੰ ਵੀ ਵੱਟ ਆਖਦੇ ਨੇ। ਥੋੜ੍ਹਾ ਜਿਹਾ ਹੋਰ ਅਗਾਂਹ ਗਿਆ ਤਾਂ ਇੱਕ ਬਜ਼ੁਰਗ ਹੁੱਕਾ ਫੜੇ ਹੋਏ ਸਾਹਮਣੇ ਆਣ ਖਲੋਤਾ। ਅੰਗਰੇਜ਼ ਨੇ ਪੁੱਛਿਆ, "ਬਾਬਾ ਜੀ, 136 ਨੰਬਰ ਚੱਕ ਕਿੰਨੀ ਕੁ ਦੂਰ ਹੈ?" ਬਜ਼ੁਰਗ ਬੋਲੇ, "ਪੁੱਤਰ, ਵੱਟੋ ਵੱਟ ਟੁਰੀ ਜਾ, ਜ਼ਿਆਦਾ ਦੂਰ ਨਹੀਂ ਹੈਗਾ।" ਅੰਗਰੇਜ਼ ਨੂੰ ਗਸ਼ ਪੈਂਦਾ ਪੈਂਦਾ ਰਹਿ ਗਿਆ ਕਿ ਪੰਜਾਬੀ ਵਿੱਚ ਰਸਤੇ ਨੂੰ ਵੀ ਵੱਟ ਕਹਿੰਦੇ ਨੇ। ਕੁਝ ਅੱਗੇ ਗਿਆ ਤਾਂ ਦੋ ਬੰਦੇ ਆਪਸ ਵਿੱਚ ਬੜੀ ਬੁਰੀ ਤਰ੍ਹਾਂ ਲੜਦੇ ਨਜ਼ਰ ਆਏ। ਗੋਰਾ ਲੜਾਈ ਛਡਾਉਣ ਲਈ ਅੱਗੇ ਵਧਿਆ ਤਾਂ ਇੱਕ ਬੰਦਾ ਬੋਲਿਆ, "ਗੋਰੇ ਸਾਹਿਬ, ਤੁਸੀਂ ਵਿੱਚ ਨਾ ਪਵੋ, ਮੈਂ ਅੱਜ ਇਹਦੇ ਸਾਰੇ ਹੀ ਵੱਟ ਕੱਢ ਦੇਣੇ ਨੇ।" ਅੰਗਰੇਜ਼ ਹੱਕਾ ਬੱਕਾ ਰਹਿ ਗਿਆ ਕਿ ਦਿਲ ਦੀ ਭੜਾਸ ਕੱਢਣ ਨੂੰ ਵੀ ਵੱਟ ਕੱਢਣਾ ਆਖਦੇ ਨੇ। ਜਦੋਂ ਉਹਨੇ ਦੂਜੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੋਲਿਆ, "ਉਹ ਜਾਣ ਦਿਓ ਬਾਦਸ਼ਾਹੋ, ਮੈਨੂੰ ਤੇ ਆਪ ਇਹਦੇ 'ਤੇ ਬੜਾ ਹੀ ਵੱਟ ਏ।" ਅੰਗਰੇਜ਼ ਸੋਚਣ ਲੱਗ ਪਿਆ ਕਿ ਵੱਟ ਦੇ ਮਤਲਬਾਂ ਦੀ ਤੇ ਕੋਈ ਹੱਦ ਹੀ ਨਹੀਂ। ਆਖਰਕਾਰ ਉਹ ਬਾਬਾ ਬਖਸ਼ੀ ਦੇ ਕੋਲ ਪਹੁੰਚ ਗਿਆ ਤੇ ਉਹਦੇ ਕਦਮਾਂ ਵਿੱਚ ਡਿੱਗ ਕੇ ਆਖਣ ਲੱਗਾ, "ਬਾਬਾ ਜੀ, ਮੈਂ ਹਾਰ ਗਿਆ। ਵੱਟ ਦਾ ਮਤਲਬ ਤੇ ਪੂਰੀ
ਡਿਕਸ਼ਨਰੀ ਤੋਂ ਵੀ ਵੱਡਾ ਨਿਕਲਿਆ ਹੈ। ਬਾਬਾ ਬਖਸ਼ੀ ਹੱਸ ਕੇ ਬੋਲੇ, ਪੁੱਤਰ ਜੇ ਪੰਜਾਬੀ ਸਿੱਖਣੀ ਹੈ ਨਾ ਤੇ ਵੱਟ ਨਾਲ ਸਮਝੌਤਾ ਕਰ ਲੈ। ਇਹ ਉਹ ਲਫ਼ਜ਼ ਹੈ ਜਿਹੜਾ ਹਰ ਹਾਲ ਵਿੱਚ ਕੰਮ ਆ ਜਾਂਦਾ ਹੈ। ਪੰਜਾਬੀ ਦੇ ਇੱਕ ਲਫ਼ਜ਼ ਵੱਟ ਨੇ ਅੰਗਰੇਜ਼ ਦੇ ਸਾਰੇ ਹੀ ਵੱਟ ਕੱਢ ਦਿੱਤੇ। ਤੇ ਸੱਜਣੋ, ਦੱਸਣ ਦਾ ਮਤਲਬ ਇਹ ਸੀ ਕਿ ਪੰਜਾਬੀ ਜ਼ੁਬਾਨ ਬੜੀ ਵਸੀਹ ਜ਼ੁਬਾਨ ਹੈ ਤੇ ਇਹਦੇ ਇੱਕ ਲਫ਼ਜ਼ ਵਿੱਚੋਂ ਕਈ ਮਤਲਬ ਨਿਕਲਦੇ ਨੇ ਤੇ ਬਹੁਤ ਸਾਰੇ ਮੌਕੇ ਤੇ ਸਿਚੁਏਸ਼ਨ ਤੇ ਇੱਕੋ ਹੀ ਲਫ਼ਜ਼ ਵੱਖਰੇ ਵੱਖਰੇ ਮਤਲਬ ਦੱਸਦਾ ਹੈ। ਤੇ ਤੁਹਾਨੂੰ ਵੀ ਕੁਝ ਇੰਝ ਦੇ ਲਫ਼ਜ਼ਾਂ ਦਾ ਪਤਾ ਹੈ ਜਿਹੜਾ ਇੱਕੋ ਹੀ ਲਫ਼ਜ਼ ਹੋਏ ਤੇ ਉਹਦੇ ਬੇਸ਼ੁਮਾਰ ਮਤਲਬ ਹੋਣ? ਅਗਰ ਤੁਹਾਨੂੰ ਪਤਾ ਹੈ ਤੇ ਪਲੀਜ਼ ਕਮੈਂਟ ਵਿੱਚ ਦੱਸੋ, ਤਾਂ ਕਿ ਸਾਡਾ ਪੰਜਾਬੀ ਜ਼ੁਬਾਨ ਦਾ ਜਿਹੜਾ ਜ਼ਖੀਰਾ ਹੈ ਉਹਦੇ ਤੱਕ ਅਸੀਂ ਪਹੁੰਚ ਸਕੀਏ ਤੇ ਆਪਣੀ ਨਵੀਂ ਨਸਲ ਨੂੰ ਵੀ ਇਹ ਸਾਰਾ ਕੁਝ ਸਮਝਾ ਸਕੀਏ। ਸ਼ੁਕਰੀਆ।